ਦੋਵਾਂ ਪਾਰਟੀਆਂ ਦਾ ਆਪਸ ਵਿੱਚ ਸਮਝੌਤਾ ਗੱਠਜੋੜ ਹੈ। ਇਹਦੇ ਬਾਰੇ ਕੋਈ ਅਸੀਂ ਅੰਦਰਲੀ ਗੱਲ ਜਿਹੜੀ ਆ ਨਹੀਂ ਕਹਿ ਸਕਦੇ। ਪਰਮਜੀਤ ਦੇ ਲੱਕ ਦੇ ਵਿੱਚ ਦਰਦ ਹੋ ਗਿਆ ਔਰ ਵਡਾਲਾ ਸਾਹਿਬ ਨੂੰ ਸਾਹ ਦੀ ਪ੍ਰੋਬਲਮ ਹੈ। ਕੀ ਗੱਲ ਇਹ ਸਿਆਸੀ ਕੋਈ ਪ੍ਰੋਬਲਮ ਹੈ ਜਾਂ ਵੈਸੇ ਕੋਈ ਫਿਜ਼ੀਕਲੀ ਪ੍ਰੋਬਲਮ ਮੰਨਦੇ ਹੋ? ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਜੀ ਦੀ ਸਾਂਝ ਹੈ ਰਾਣਾ ਗੁਰਜੀਤ ਸਿੰਘ ਦੇ ਨਾਲ। ਪਿਆਰ ਦੀ ਗੱਲ ਵੱਖਰੀ ਹੋ ਸਕਦੀ ਹੈ, ਕੋਈ ਕਿਸੇ ਦੀਆਂ ਸਾਂਝਾਂ ਹੋ ਸਕਦੀਆਂ। ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਹੀ ਤੁਸੀਂ ਅਕਾਲੀ ਦਲ ਛੱਡ ਕੇ ਬਸਪਾ ਜੁਆਇਨ ਕੀਤੀ? ਬਿਲਕੁਲ, ਮੈਂ ਮਤਲਬ ਉਹਨਾਂ ਦੀ ਸਲਾਹ ਜ਼ਰੂਰ ਲਈ ਔਰ ਜਿੱਦਣ ਇੱਥੇ ਜਲੰਧਰ ਆਇਆ ਇੱਕ ਦਿਨ ਉਧਰ ਵੀ ਮੈਂ ਫਿਰ ਅਖੀਰ 'ਚ ਪੁੱਛਿਆ, ਮੈਂ ਕਿਹਾ ਜੀ ਸਾਡੇ ਲਈ ਕੀ ਹੁਕਮ ਆ। ਉਹਨਾਂ ਨੇ ਮੈਨੂੰ ਬੜੇ ਮਤਲਬ ਥਾਪੀ ਦੇ ਕੇ ਕਿਹਾ, ਕਹਿੰਦੇ ਕੋਈ ਨਹੀਂ, ਬਿਲਕੁਲ ਠੀਕ ਹੈ, ਜੋ ਕਰ ਰਹੇ ਹੋ ਉਹ ਤਗੜੇ ਹੋਏ ਕਰੋ। ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੰਜੀਵ ਸ਼ਰਮਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਾ ਮੁੱਦਾ, ਅੱਜ ਦੇ ਸਾਡੇ ਮਹਿਮਾਨ ਨੇ ਸਰਦਾਰ ਦਵਿੰਦਰ ਸਿੰਘ ਟਪਈ, ਜੋ ਕਿ ਹਲਕਾ ਕਪੂਰਥਲਾ ਤੋਂ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ। ਟਪਈ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ ਤੇ। ਮੈਂ ਧੰਨਵਾਦੀ ਹਾਂ ਨਿਊਜ਼ 9 ਪੰਜਾਬ ਦਾ, ਜੋ ਅੱਜ ਮੇਰੀ ਇੰਟਰਵਿਊ ਲੈਣ ਵਾਸਤੇ ਸ਼ਰਮਾ ਜੀ ਆਏ ਨੇ ਔਰ ਮੈਂ ਉਮੀਦ ਕਰਦਾ ਹਾਂ ਕਿ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਸਾਰੇ ਲੋਕਾਂ ਦੀ ਨਿਗਾਹ 'ਚ ਆਏਗਾ। ਭਾਈ ਸਾਹਿਬ, ਮੰਨਿਆ ਜਾਂਦਾ ਹੈ ਕਿ ਤੁਹਾਡਾ ਸਿਆਸੀ ਕੈਰੀਅਰ ਜਿਹੜਾ ਕਾਫੀ ਲੰਬਾ ਆ, ਲੇਕਿਨ ਜਿਹੜੀ ਹੁਣ ਤੁਹਾਨੂੰ ਫਾਈਟ ਦੇਣ ਵਾਸਤੇ ਪਾਰਟੀਆਂ ਵੱਲੋਂ ਚੁਣਿਆ ਗਿਆ ਆ, ਇਹ ਨਵੀਂ ਆ ਤੁਹਾਡੇ ਵੱਲੋਂ ਔਰ ਇਸ ਦੇ ਵਿੱਚ ਤੁਹਾਡਾ ਵਿਰੋਧ ਵੀ ਦੇਖਣ ਨੂੰ ਮਿਲਿਆ ਆ। ਅਕਾਲੀ ਦਲ ਦੇ ਵਿੱਚ ਵੀ ਵਿਰੋਧ ਹੈ, ਬਸਪਾ ਦੇ ਵਿੱਚ ਵੀ ਵਿਰੋਧ ਹੈ। ਕਿਸ ਤਰ੍ਹਾਂ ਇਸ ਪੂਰੇ ਵਿਰੋਧ ਨੂੰ ਕਿਸ ਤਰ੍ਹਾਂ ਸ਼ਾਂਤ ਕਰਕੇ ਆਪਣੇ ਨਾਲ ਲੈ ਕੇ ਚੱਲੋਗੇ? ਦਰਅਸਲ ਅੰਦਰ ਖਾਤੇ ਕੋਈ ਮਾੜੀ ਮੋਟੀ ਗਲਤਫਹਿਮੀਆਂ ਸੀ, ਜਿਹੜੀਆਂ ਕਿ ਉਹ ਗਲਤਫਹਿਮੀਆਂ ਦੂਰ ਕਰ ਲਈਆਂ ਗਈਆਂ। ਸਾਡੇ ਵਿੱਚ ਬਿਲਕੁਲ ਕੋਈ ਇੱਦਾਂ ਦੀ ਗੱਲ ਨਹੀਂ ਗੀ। ਜੇ ਕੋਈ ਮਾੜੀ ਮੋਟੀ ਗੱਲ ਹੋਊਗੀ ਤੇ ਸਾਰੇ ਜਿਹੜੇ ਆ ਉਹਨਾਂ ਨੂੰ ਸਮਝਾ ਕੇ ਸਾਥ ਚੱਲਣਗੇ ਔਰ ਤਕੜੇ ਹੋ ਕੇ ਅਸੀਂ ਇਸ ਗੱਲ ਦੀ ਫਾਈਟ ਦੇਵਾਂਗੇ, ਕਿਉਂਕਿ ਸਾਰੇ ਵਰਕਰ ਇਹ ਚਾਹੁੰਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਆਦਮੀ ਦਾ ਕਪੂਰਥਲੇ ਦੇ ਵਿੱਚ ਦਬਦਬਾ ਰਿਹਾ, ਉਹਨੂੰ ਦਬਦਬੇ ਨੂੰ ਖਤਮ ਕਰਨ ਵਾਸਤੇ ਹਰ ਇੱਕ ਲੋਕ, ਹਰ ਇੱਕ ਪਾਰਟੀ ਵਰਕਰ, ਹਰ ਇੱਕ ਵਰਗ ਦਾ ਲੋਕ ਜਿਹੜਾ ਉਹ ਇਹ ਚਾਹੁੰਦਾ ਕਿ ਉਸ ਗਲਬੇ ਨੂੰ ਖਤਮ ਕੀਤਾ ਜਾਵੇ। ਭਾਈ ਸਾਹਿਬ, ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਤੁਸੀਂ ਜਿਹੜਾ ਇਹ ਫੈਸਲਾ ਲਿਆ ਆ ਅਕਾਲੀ ਦਲ ਤੋਂ ਬਸਪਾ ਦੇ ਵਿੱਚ ਜਾਣ ਦਾ, ਚਾਹੇ ਕਿ ਉਹ ਤੁਹਾਡੇ ਅਲਾਈਅੰਸ ਪਾਰਟੀ ਹੈ, ਲੇਕਿਨ ਫਿਰ ਵੀ ਤੁਸੀਂ ਕੀ ਆਪਣੇ ਨਾਲ ਦੇ ਹਮ ਅਹੁਦਾ ਲੋਕਾਂ ਨਾਲ, ਹਲਕਾ ਵਿਧਾਇਕ ਨਾਲ ਜਾਂ ਸਰਕਲ ਜਥੇਦਾਰਾਂ ਨਾਲ ਕੋਈ ਸਲਾਹ ਇਸ ਤਰ੍ਹਾਂ ਦੀ ਕੀਤੀ ਕਿ ਮੈਂ ਅਕਾਲੀ ਦਲ ਛੱਡ ਕੇ, ਇਹ ਛੱਡਣਾ ਹੀ ਇਹਨੂੰ ਕਹਾਂਗੇ, ਛੱਡ ਕੇ ਮੈਂ ਬਸਪਾ 'ਚ ਜਾਣਾ, ਕਿ ਕਿਸੇ ਦੀ ਕੰਸੈਂਟ ਤੁਹਾਡੇ ਨਾਲ, ਕਿਸੇ ਦੀ ਕੋਈ ਸਲਾਹ ਹੋਈ, ਕਿਸੇ ਨਾਲ ਤਰ੍ਹਾਂ ਦਾ ਕੋਈ ਸਲਾਹ ਮਸ਼ਵਰਾ ਕੀਤਾ? ਪਹਿਲੀ ਗੱਲ ਤੇ ਦੋਹਾਂ ਪਾਰਟੀਆਂ ਦਾ ਅਲਾਇੰਸ ਹੈ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ। ਇਹਦੇ ਵਿੱਚ ਮੈਂ ਸਮਝਦਾ ਵੀ ਕੋਈ ਪਾਰਟੀ ਛੱਡਣ ਵਾਲੀ ਜਾਂ ਫੜਨ ਵਾਲੀ ਕੋਈ ਬਾਹਲੀ ਵੱਡੀ ਗੱਲ ਨਹੀਂ, ਕਿਉਂਕਿ ਦੋਵਾਂ ਨੇ ਸਾਂਝਾ ਕੰਮ ਕਰਨਾ, ਸਾਂਝੀ ਇਲੈਕਸ਼ਨ ਲੜਨੀ ਆ। ਜਿੱਥੇ ਬਸਪਾ ਦੇ ਉਮੀਦਵਾਰ ਖੜੇ ਉੱਥੇ ਅਕਾਲੀ ਦਲ ਵਾਲਿਆਂ ਨੇ ਸਪੋਰਟ ਕਰਨੀ ਆ, ਜਿੱਥੇ ਅਕਾਲੀ ਦਲ ਦੇ ਉਮੀਦਵਾਰ ਖੜੇ ਉੱਥੇ ਬਸਪਾ ਵਾਲਿਆਂ ਨੇ ਸਪੋਰਟ ਕਰਨੀ ਆ। ਬਾਕੀ ਮੈਂ ਕੰਸੈਂਟ ਆਪਣੇ ਜਿਹੜੇ ਮੈਂ ਕੋਈ ਜ਼ਿਲ੍ਹਾ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦਾ, ਮੈਂ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਇਸ ਬਾਰੇ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਹੀ ਇਹ ਫੈਸਲਾ ਲਿਆ। ਉਹਨਾਂ ਨੇ ਮੈਨੂੰ ਆਗਿਆ ਦਿੱਤੀ ਤੇ ਮੈਂ ਸਾਰਾ ਜਿਹੜਾ ਇਹ ਕੰਮ ਕੀਤਾ। ਮੈਂ ਬਿਨਾਂ ਆਗਿਆ ਤੋਂ ਕੋਈ ਕੰਮ ਨਹੀਂ ਕੀਤਾ। ਭਾਈ ਸਾਹਿਬ, ਇਹ ਗੱਲ ਸਮਝ ਨਹੀਂ ਆਉਂਦੀ ਕਿ ਅਲਾਈਅੰਸ ਤੁਹਾਡਾ ਦੋਨਾਂ ਪਾਰਟੀਆਂ ਦਾ ਹੋਇਆ, ਇੱਕ ਘਰ ਦਾ ਲੰਬੜਦਾਰ ਦੂਸਰੇ ਘਰ 'ਚ ਲਿਜਾ ਕੇ ਉਹਨੂੰ ਫਾਈਟ ਦੇਣ ਲਈ ਤਿਆਰ ਕੀਤਾ ਜਾਂਦਾ, ਤੇ ਕਿਉਂ ਨਹੀਂ ਇਹ ਜਿਹੜੀ ਸੀਟ ਹੈ ਅਕਾਲੀ ਦਲ ਕੋਲ ਹੀ ਰਹਿਣ ਦਿੱਤੀ ਗਈ? ਇਹ ਹੁਣ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਸਮਝੌਤਾ ਗੱਠਜੋੜ ਹੈ। ਇਹਦੇ ਬਾਰੇ ਕੋਈ ਅਸੀਂ ਅੰਦਰਲੀ ਗੱਲ ਜਿਹੜੀ ਆ ਨਹੀਂ ਕਹਿ ਸਕਦੇ। ਜੋ ਉਹਨਾਂ ਦੇ ਫੈਸਲਾ ਕੀਤਾ ਪਾਰਟੀਆਂ ਨੇ, ਸਾਨੂੰ ਉਹਨੂੰ ਸਿਰ ਪੱਥੇ ਮੰਨਣਾ ਪੈਣਾ। ਤੁਸੀਂ ਉਸ ਦਿਨ ਆਪਣੇ ਪਿਛਲੇ ਟਾਈਮ ਗੱਲ ਕਹੀ ਕਿ ਪਰਮਜੀਤ ਦੇ ਲੱਕ ਦੇ ਵਿੱਚ ਦਰਦ ਸੀ, ਬਾਕੀ ਸਰਕਲ ਪ੍ਰਧਾਨ ਵੀ ਹੈਗੇ ਨੇ ਤੁਹਾਡੇ ਕੋਲ। ਅਕਾਲੀ ਦਲ ਦਾ ਇੱਕ ਤਗੜਾ ਯੂਨਿਟ ਹੈ, ਮੰਨਿਆ ਜਾਂਦਾ ਹੈ ਕਿ ਜਿਹੜਾ ਰਾਣਾ ਗੁਰਜੀਤ ਨੂੰ ਫਾਈਟ ਦੇਣ ਲਈ ਹਰ ਵੇਲੇ ਤਿਆਰ ਰਹਿੰਦਾ, ਗੱਲਾਂ ਬਾਤਾਂ ਦੇ ਵਿੱਚ ਵੀ। ਤੇ ਕਿਉਂ ਉਸ ਦਿਨ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਹਾਡਾ ਜਿਹੜਾ ਸਾਥੀ ਨਾਲ ਹਾਜ਼ਰ ਨਹੀਂ ਹੋਇਆ ਅਕਾਲੀ ਦਲ ਤੋਂ? ਕਾਫੀ ਵਿੰਗਾਂ ਦੇ ਪ੍ਰਧਾਨ ਜਿਹੜੇ ਆ ਉਹ ਸਾਡੀ ਇਸ ਮੀਟਿੰਗ ਵਿੱਚ ਹਾਜ਼ਰ ਹੋਏ। ਸਾਡੇ 2-3 ਬੰਦੇ ਜਿਹੜੇ ਨਹੀਂ ਹੋ ਸਕੇ, ਉਹਨਾਂ ਨੂੰ ਕੁਝ ਘਰੇਲੂ ਕੰਮ ਇਦਾਂ ਦੇ ਪੈ ਗਏ
ਜਿੱਦਾਂ ਸਰਦਾਰ ਜਗੀਰ ਸਿੰਘ ਵਡਾਲਾ ਨੂੰ ਸਾਹ ਦਾ ਅਟੈਕ ਹੋ ਗਿਆ, ਉਹਨਾਂ ਨੂੰ ਹਸਪੀਟਲ ਜਾਣਾ ਪਿਆ। ਤੇ ਬਾਕੀ ਐਸੀ ਕੋਈ ਗੱਲ ਨਹੀਂ, ਮੈਂ ਸਾਰੇ ਬੰਦਿਆਂ ਨਾਲ ਮੇਰੇ ਸੰਪਰਕ 'ਚ ਆ, ਸਾਰੇ ਬੰਦੇ ਬਿਲਕੁਲ ਸਹੀ ਆ, ਕੋਈ ਏਦਾਂ ਦੀ ਗੱਲ ਨਹੀਂ। ਆਉਂਦੇ ਦਿਨਾਂ ਵਿੱਚ ਤੁਹਾਨੂੰ ਸਾਰਾ ਇਸ ਗੱਲ ਬਾਰੇ ਚਾਨਣ ਹੋ ਜਾਏਗਾ। ਵੈਸੇ ਤਾਂ ਕਹਿੰਦੇ ਆ ਕਿ ਕਿਸੇ ਦੀ ਬਿਮਾਰੀ ਤੇ ਕੋਈ ਇਸ ਤਰ੍ਹਾਂ ਦਾ ਤੰਜ ਨਹੀਂ, ਕੋਈ ਗੱਲ ਨਹੀਂ ਕਰਨੀ ਚਾਹੀਦੀ। ਪਰਮਜੀਤ ਦੇ ਲੱਕ ਦੇ ਵਿੱਚ ਦਰਦ ਹੋ ਗਿਆ ਔਰ ਵਡਾਲਾ ਸਾਹਿਬ ਨੂੰ ਸਾਹ ਦੀ ਪ੍ਰੋਬਲਮ ਹੈ। ਕੀ ਗੱਲ ਇਹ ਸਿਆਸੀ ਕੋਈ ਪ੍ਰੋਬਲਮ ਹੈ ਜਾਂ ਵੈਸੇ ਕੋਈ ਫਿਜ਼ੀਕਲੀ ਪ੍ਰੋਬਲਮ ਮੰਨਦੇ ਹੋ? ਬਿਲਕੁਲ ਨਹੀਂ, ਇਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਪਰਮਜੀਤ ਦੀ ਕਾਫੀ ਦਿਨਾਂ ਤੋਂ ਇਹ ਜਿਹੜੀ ਉਹ ਇਲਾਜ ਕਰਾ ਰਿਹਾ ਔਰ ਬਿਲਕੁਲ ਮੇਰਾ ਬਹੁਤ ਨਜ਼ਦੀਕੀ ਸਾਥੀ ਆ ਔਰ ਮੇਰੇ ਨਾਲ ਮੋਢਾ ਲਾ ਕੇ ਹੋਏ ਚੱਲੇਗਾ। ਇਹ ਆਉਂਦੇ ਦਿਨਾਂ ਵਿੱਚ ਤੁਸੀਂ ਦੇਖ ਲੈਣਾ ਔਰ ਸਾਰਿਆਂ ਸਾਹਮਣੇ ਆ ਜਾਣਾ। ਗੱਲ ਪਰਮਜੀਤ ਤੋਂ ਹੀ ਸ਼ੁਰੂ ਕਰ ਲਈਏ। ਹਾਲਾਂਕਿ ਉਹ ਤੁਹਾਡੇ ਹਲਕਾ ਵਿਧਾਇਕ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ। 4.5 ਸਾਲ ਉਹਨਾਂ ਕੋਲੋਂ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਲਈ ਔਰ ਉਸ ਤੋਂ ਬਾਅਦ ਦਰਕਿਨਾਰ ਕਰਕੇ ਪਾਰਟੀ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਜਿੰਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੰਨੀ ਹੋਈ ਸੀਟ ਹੈ ਉਹ ਬਸਪਾ ਦੀ ਝੋਲੀ ਚਲੇ ਜਾਂਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤਕਰੀਬਨ 42,000 ਐਸੀ ਵੋਟ ਹੈ ਹਲਕਾ ਕਪੂਰਥਲਾ ਦੇ ਵਿੱਚ, ਕਿ ਉਹਨਾਂ ਦੇ ਕੋਈ ਸੈਟਬੈਕ ਨਹੀਂ ਆਏਗਾ ਕਿ ਸਾਡੇ ਇੱਕ ਨੁਮਾਇੰਦੇ ਨੂੰ ਪਿੱਛੇ ਹਟਾ ਕੇ ਇੱਕ ਜਨਰਲ ਵਰਗ 'ਚ ਜਿਹੜੀ ਆ ਟਿਕਟ ਦੇ ਦਿੱਤੀ ਗਈ ਹੈ? ਦੇਖੋ, ਹਾਈ ਕਮਾਂਡ ਦੇ ਫੈਸਲੇ ਆ, ਇਹ ਵਰਕਰਾਂ ਨੂੰ ਮੰਨਣੇ ਪੈਂਦੇ ਆ, ਕਿਉਂਕਿ ਇਸ ਪਾਰਟੀਆਂ ਦੇ ਪ੍ਰੋਗਰਾਮ ਹੁੰਦੇ ਆ, ਪ੍ਰੋਗਰਾਮ ਦੇ ਤਹਿਤ ਹੀ ਸਾਰੇ ਫੈਸਲੇ ਹੋਏ ਆ। ਸਾਰੇ ਵਰਕਰ ਇਹਨੂੰ ਸਿਰ ਮੱਥੇ ਕਰਕੇ ਮੰਨਣਗੇ ਔਰ ਮੰਨਦੇ ਵੀ ਆ ਔਰ ਹਮੇਸ਼ਾ ਹੀ ਮੰਨਦੇ ਰਹੇ ਆ। ਕੁਝ ਇੱਕ ਅਕਾਲੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਰੀ ਖੇਡ ਦੇ ਮਗਰ ਬੀਬੀ ਜਗੀਰ ਕੌਰ ਜੀ ਦਾ ਨਾਮ ਲਿਆ ਜਾਂਦਾ ਹੈ ਕਿ ਉਹਨਾਂ ਦੀ, ਜਿਵੇਂ ਕਿ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਜੀ ਦੀ ਸਾਂਝ ਹੈ ਰਾਣਾ ਗੁਰਜੀਤ ਸਿੰਘ ਦੇ ਨਾਲ ਔਰ ਉਸੇ ਗੇਮ ਦੇ ਮੁਤਾਬਕ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਹੈ ਕਿ ਟਿਕਟ ਜਿਹੜੀ ਸੀਟ ਹੈ ਉਹ ਬਸਪਾ ਨੂੰ ਦੇ ਦਿੱਤੀ ਗਈ ਹੈ ਔਰ ਇਹ ਜਿਹੜੀ ਸੀਟ ਹੈ ਇੱਥੋਂ ਦੀ ਪਰੋਸ ਕੇ ਰਾਣਾ ਗੁਰਜੀਤ ਨੂੰ ਦਿੱਤੀ ਗਈ ਹੈ ਕਿ ਜਿੰਨਾ ਕੰਮ ਇੱਥੇ ਪਰਮਜੀਤ ਐਡਵੋਕੇਟ ਨੇ ਕੀਤਾ ਸੀਗਾ ਉਹ ਉਹਦਾ ਫਲ ਨਾ ਲੈ ਸਕੇ। ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ, ਇਹ ਪਾਰਟੀਆਂ ਦੇ ਫੈਸਲੇ ਦੇ ਬਾਰੇ ਮੈਂ ਅੰਦਰਲੀ ਗੱਲ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਬਾਕੀ ਬੀਬੀ ਜਗੀਰ ਕੌਰ ਜੀ ਸਾਡੇ ਇਸਤਰੀ ਵਿੰਗ ਦੇ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦੇ। ਬਾਕੀ ਪਿਆਰ ਦੀ ਗੱਲ ਵੱਖਰੀ ਹੋ ਸਕਦੀ ਹੈ, ਕੋਈ ਕਿਸੇ ਦੀਆਂ ਸਾਂਝਾਂ ਹੋ ਸਕਦੀਆਂ, ਪਰ ਸਿਆਸੀ ਤੌਰ ਤੇ ਉਹ ਹਰ ਇੱਕ ਬੰਦਾ ਆਪਣੀ ਪਾਰਟੀ ਦੀ ਤਕੜਾ ਹੋ ਕੇ ਕੰਮ ਕਰਦਾ ਔਰ ਹਮੇਸ਼ਾ ਕੀਤਾ, ਕਿਉਂਕਿ ਪਿੱਛੇ ਉਹਨਾਂ ਨੇ ਇਲੈਕਸ਼ਨ ਲੜੀ। ਜੇ ਰਾਣਾ ਗੁਰਜੀਤ ਸਿੰਘ ਨਾਲ ਉਹਨਾਂ ਦੀ ਸਾਂਝ ਹੁੰਦੀ ਤੇ ਕਪੂਰਥਲੇ ਹਲਕੇ ਤੋਂ ਉਹ ਜ਼ਰੂਰ 8-10 ਹਜ਼ਾਰ ਵੋਟ ਤੇ ਜਿੱਤਦੇ, ਪਰ ਉਲਟਾ ਉਹ ਹਾਰੇ ਆ। ਇਸ ਕਰਕੇ ਇਹ ਤੋਂ ਸਾਬਤ ਹੁੰਦਾ ਕਿ ਉਹਨਾਂ ਦੀ ਕੋਈ ਸਿਆਸੀ ਸਾਂਝ ਨਹੀਂ, ਉੱਦਾਂ ਜਾਤੀ ਤੌਰ ਤੇ ਕੋਈ ਹੋ ਸਕਦੀ ਆ, ਉਹ ਤਾਂ ਹਰ ਇੱਕ ਬੰਦੇ ਦੀ ਹੁੰਦੀ ਹੈ। ਤੁਸੀਂ ਬਸਪਾ ਦੇ ਵਿੱਚ ਆਏ ਹੋ, ਕਿਸ ਤਰ੍ਹਾਂ ਦਾ ਪ੍ਰੋਗਰਾਮ ਬਸਪਾ ਵੱਲੋਂ ਉਲੀਕਿਆ ਜਾਊਗਾ? ਕਿਉਂਕਿ ਇੰਨਾ ਬਹੁਤਾ ਲੰਬਾ ਸਮਾਂ ਇਲੈਕਸ਼ਨ ਵਿੱਚ ਨਹੀਂ ਹੈ, ਤੁਹਾਡੇ ਕੋਲ ਇੰਨਾ ਖੁੱਲਾ ਟਾਈਮ ਨਹੀਂ ਹੈ ਕਿ ਇਹਨੂੰ ਤੁਸੀਂ ਵਿਚਾਰ ਹੁਣੇ ਹੀ ਤੁਹਾਨੂੰ ਜਿਹੜੇ ਆ ਫਾਈਟ ਹੈ ਇੱਕਦਮ ਕਰਨੀ ਪੈਣੀ ਹੈ। ਕਿਸ ਤਰ੍ਹਾਂ ਦੀ ਤਿਆਰੀ ਹੈ ਬਸਪਾ ਵੱਲੋਂ ਹਲਕਾ ਕਪੂਰਥਲਾ ਤੇ ਫਾਈਟ ਦੇਣ ਵਾਸਤੇ? ਬਸਪਾ ਦੇ ਜਿੰਨੇ ਵਰਕਰ ਆ ਉਹ ਸਾਰੇ ਸਿਰ ਤੋੜ ਯਤਨ ਕਰ ਰਹੇ ਆ। ਸਾਰੇ ਬੰਦਿਆਂ ਨੇ ਬੜੀ ਇਸ ਗੱਲ ਦੀ ਖੁਸ਼ੀ ਮਹਿਸੂਸ ਕੀਤੀ ਆ, ਪਰ ਜਿਹੜੀ ਦੂਸਰੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨਾ ਵੀ ਕੇਡਰ ਆ ਉਹ ਸਾਰਾ ਹੀ ਇਕਜੁੱਟ ਹੋ ਕੇ ਕੰਮ ਕਰੇਗਾ। ਇਦਾਂ ਦੀ ਕੋਈ ਗੱਲ ਨਹੀਂ, ਇੱਥੇ ਕੋਈ ਫਰਕ ਨਹੀਂ ਵੀ ਬਸਪਾ ਦੀ ਸੀਟ ਹੈ ਕਿ ਅਕਾਲੀ ਦਲ ਦੀ ਸੀਟ ਹੈ। ਇਹ ਜੁਆਇੰਟਲੀ ਸਾਰਾ ਕੰਮ ਜਿਹੜੇ ਲੋਕ ਜਿਹੜੇ ਆ ਤਕੜੇ ਹੋ ਕੇ ਕਰਨਗੇ ਔਰ ਸੀਟ ਜਿੱਤ ਕੇ ਜਿਹੜੀ ਪਾਰਟੀਆਂ ਦੀ ਝੋਲੀ 'ਚ ਪਾਈ ਜਾਊ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਇੱਕ ਸਟੇਟ ਦੇ ਇੱਕ ਆਗੂ ਸੁੱਚਾ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਗਈ ਇੱਥੋਂ, ਮੈਂ ਇੱਥੋਂ ਆਜ਼ਾਦ ਲੜਾਂਗਾ, ਪਹਿਲਾਂ ਉਹ ਹਲਕਾ ਖਡੂਰ ਸਾਹਿਬ ਤੋਂ ਵੀ ਲੜ ਚੁੱਕੇ ਨੇ, ਕਿ ਉਹ ਤੁਹਾਡਾ ਵਿਰੋਧ ਕਰਦੇ ਆ ਤੇ ਤੁਹਾਨੂੰ ਨੁਕਸਾਨ ਹੋਏਗਾ? ਮੇਰੇ ਖਿਆਲ ਤੇ ਇਦਾਂ ਦੀ ਕੋਈ ਗੱਲ ਨਹੀਂ। ਬਾਕੀ ਹਰ ਇੱਕ ਬੰਦੇ ਦਾ ਆਪਣਾ ਮਨ ਹੈ। ਬਾਕੀ ਪਾਰਟੀ ਵੱਲੋਂ ਕੋਈ ਇਦਾਂ ਦੀ ਗੱਲ ਨਹੀਂ, ਸਾਨੂੰ ਨਾ ਕੋਈ ਉਹਦੇ ਵੱਲੋਂ ਕੋਈ ਸੰਦੇਸ਼ ਹੈ। ਇੱਕ ਦਿਨ ਮੈਂ ਟੈਲੀਫੋਨ ਤੇ ਮੇਰੀ ਉਹਨਾਂ ਨਾਲ ਜ਼ਰੂਰ ਗੱਲ ਹੋਈ, ਉਹ ਕਹਿੰਦੇ ਜੀ ਤਕੜੇ ਹੋ ਜਾਓ, ਅਸੀਂ ਤੁਹਾਡੇ ਨਾਲ ਆ। ਇਸ ਕਰਕੇ ਮੇਰੇ ਧਿਆਨ 'ਚ ਇਦਾਂ ਦੀ ਕੋਈ ਗੱਲ ਨਹੀਂ। ਹੁਣ ਤੁਹਾਡੀ ਪੁਰਾਣੀ ਪਾਰਟੀ ਕਿਹਾ ਜਾਊਗਾ ਸ਼੍ਰੋਮਣੀ ਅਕਾਲੀ ਦਲ ਦੀ, ਕੀ ਤੁਹਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਨਿਰਦੇਸ਼ ਸੀਗੇ ਕਿ ਤੁਸੀਂ ਜ਼ਿਲ੍ਹੇ ਦਾ ਅਹੁਦਾ ਛੱਡ ਕੇ ਇੱਥੇ ਬਸਪਾ ਵਾਸਤੇ ਇਹਨਾਂ ਦੀ ਟਿਕਟ ਤੇ ਲੜੋ, ਜਾਂ ਤੁਹਾਡਾ ਆਪਣਾ ਨਿੱਜੀ ਫੈਸਲਾ ਸੀਗਾ? ਕਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਜੀ? ਇਹ ਸਾਰਾ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਸਾਡੇ ਪਾਰਟੀ ਦੇ ਪ੍ਰਧਾਨ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਜਦੋਂ ਇਹ ਸੀਟ ਚੇਂਜ ਹੋ ਗਈ, BSP ਨੂੰ ਦਿੱਤੀ, ਉਦੋਂ ਅਸੀਂ ਜਾ ਕੇ ਮਿਲੇ। ਉਹਨਾਂ ਨੇ ਕੋਈ ਨਹੀਂ, ਉਹ ਕਹਿੰਦੇ ਕੋਈ ਗੱਲ ਨਹੀਂ, ਇੱਕੋ ਹੀ ਗੱਲ ਹੈ ਦੋਵਾਂ ਪਾਰਟੀਆਂ ਦੀ, ਤੁਸੀਂ ਤਕੜੇ ਹੋਵੋ
ਤੇ ਇਲੈਕਸ਼ਨ ਤੁਸੀਂ ਲੜੋਗੇ ਤੇ ਉਹਨਾਂ ਨੇ ਡਿਊਟੀ ਲਾਤੀ ਸਾਡੇ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਦੀ ਵੀ ਤੁਸੀਂ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਨਾਲ ਗੱਲ ਕਰੋ। ਉਸ ਤੇ ਗੱਲ ਕਰਨ ਤੋਂ ਬਾਅਦ ਸਾਰੀਆਂ ਗੱਲਾਂ ਹੋਰ ਤੋਂ ਬਾਅਦ ਹੀ ਇਹ ਜਿਹੜਾ ਫੈਸਲਾ ਇਹ ਲਿਆ ਗਿਆ। ਇਹ ਸ਼ੋਰ ਸ਼ਾਟ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਕਿ ਇਹ ਸਾਰਾ ਕੁਝ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਹੀ ਤੁਸੀਂ ਅਕਾਲੀ ਦਲ ਛੱਡ ਕੇ ਬਸਪਾ ਜੁਆਇਨ ਕੀਤੀ? ਬਿਲਕੁਲ, ਮੈਂ ਮਤਲਬ ਉਹਨਾਂ ਦੀ ਸਲਾਹ ਜ਼ਰੂਰ ਲਈ ਔਰ ਜਦੋਂ ਇੱਥੇ ਜਲੰਧਰ ਆਏ ਇੱਕ ਦਿਨ ਉਦੋਂ ਵੀ ਮੈਂ ਫਿਰ ਅਖੀਰ 'ਚ ਪੁੱਛਿਆ, ਮੈਂ ਕਿਹਾ ਜੀ ਸਾਡੇ ਲਈ ਕੀ ਹੁਕਮ ਆ? ਉਹਨਾਂ ਨੇ ਮੈਨੂੰ ਬੜੇ ਮਤਲਬ ਥਾਪੀ ਦੇ ਕੇ ਕਿਹਾ, ਕਹਿੰਦੇ ਕੋਈ ਨਹੀਂ, ਬਿਲਕੁਲ ਠੀਕ ਹੈ, ਜੋ ਕਰ ਰਹੇ ਆ ਉਹ ਤਕੜੇ ਹੋਏ ਕਰੋ। ਟਪਈ ਸਾਹਿਬ, ਆਮ ਕਰਕੇ ਤੁਹਾਡੇ ਜਿਹੜੇ ਅਕਾਲੀ ਵਰਕਰ ਹੈ ਜਿਹੜੇ ਅਜੇ ਆਪਣੇ ਆਪ ਨੂੰ ਠੱਗਿਆ ਜਾਂ ਮਹਿਸੂਸ ਕਰਦੇ ਕਿ ਸਾਡਾ ਜ਼ਿਲ੍ਹਾ ਪ੍ਰਧਾਨ ਹੀ ਅਕਾਲੀ ਦਲ ਨੂੰ ਛੱਡ ਕੇ ਬਸਪਾ ਵਿੱਚ ਚਲਾ ਗਿਆ ਆ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਵਿੱਚ ਜਾਣਾ ਆ, ਲੋਕਾਂ ਦੀਆਂ ਵੋਟਾਂ ਲੈਣੀਆਂ, ਕਿ ਜਾਂ ਇਹ ਕਿਹਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਿਹੜੀ ਆ ਸੀਟ ਜਿਹੜੀ ਪਰੋਸ ਕੇ ਕਾਂਗਰਸ ਦੀ ਝੋਲੀ ਦੇ ਦਿੱਤੀ ਗਈ ਹੈ? ਇਦਾਂ ਦੀ ਕੋਈ ਗੱਲ ਨਹੀਂ। ਪਹਿਲੀ ਗੱਲ ਤੇ ਦੋ ਪਾਰਟੀਆਂ ਦਾ ਕੋਈ ਵਖਰੇਵਾਂ ਨਹੀਂ। ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਸਟੇਜ ਤੇ ਸਾਰੇ ਪੰਜਾਬ ਦੀ ਇਲੈਕਸ਼ਨ ਲੜ ਰਿਹਾ, ਪਰ ਇਸ ਨੂੰ ਹੋਰ ਵਧੀਆ ਕਰਨ ਵਾਸਤੇ ਥੋੜੇ ਦਿਨਾਂ ਤੱਕ ਦੋਹਾਂ ਹੀ ਪਾਰਟੀਆਂ ਦੀ ਸਾਂਝੀ ਮੀਟਿੰਗ ਕਰਕੇ ਅਗਲੀ ਜਿਹੜੀ ਰਣਨੀਤੀ ਤਿਆਰ ਕੀਤੀ ਜਾਊਗੀ, ਕਿੱਦਾਂ ਡਿਊਟੀਆਂ ਲਗਾਉਣੀਆਂ, ਕੀ ਕੰਮ ਕਰਨੇ ਆ, ਕਿੱਦਾਂ ਇਲੈਕਸ਼ਨ ਨੂੰ ਆਪਾਂ ਸਿਰੇ ਚਾੜਨਾ। ਔਰ ਮੈਂ ਸਮਝਦਾ ਵੀ ਬਹੁਤ ਹੀ ਵਧੀਆ ਮਾਹੌਲ ਆ। ਲੋਕਾਂ ਨੇ ਕਾਫੀ ਸਾਨੂੰ ਵਧੀਆ ਹੰਗਾਰਾ ਦਿੱਤਾ ਔਰ ਨਾਲ ਇਹ ਵੀ ਕਿਹਾ, ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਸਾਨੂੰ ਅਸਲੀ ਚਿਹਰਾ ਹੁਣ ਮਿਲਿਆ ਤੇ ਅਸੀਂ ਤਕੜੇ ਹੋ ਕੇ ਤੁਹਾਨੂੰ ਵੋਟਾਂ ਪਾਵਾਂਗੇ ਔਰ ਇਹ ਸੀਟ ਜਿਹੜੀ ਆ ਬਹੁਜਨ ਸਮਾਜ ਪਾਰਟੀ ਤੋਂ ਅਕਾਲੀ ਦਲ ਦੀ ਝੋਲੀ 'ਚ ਪਾਵਾਂਗੇ। ਇਹ ਸਨ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਦਵਿੰਦਰ ਸਿੰਘ ਟਪਈ, ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੋਕਾਂ ਤੱਕ ਆਪਣੀ ਅਪਰੋਚ ਕਰਨਗੇ ਤੇ ਆਪਣੇ ਲੋਕਾਂ ਦੇ ਵਿੱਚ ਜਾ ਕੇ ਆਪਣੀਆਂ ਵੋਟਾਂ ਦਾ ਹੱਕ ਜਿਹੜਾ ਉਹਨਾਂ ਕੋਲ ਮੰਗ ਸਕਣਗੇ, ਉਹਨਾਂ ਕੋਲ ਲੈ ਸਕਣਗੇ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ। ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਧੰਨਵਾਦ।